हाँ जी, सत श्री अकाल जी। की हाल है साਰਿਆਂ ਦਾ? ठीक ठाक हो? बिल्कुल, खुदा खैर करे। हाँ जी, नैक्सट शुरू कर रहे हैं अज का लैक्चर। ਆਪਾਂ ਪਿਛਲੇ ਇਹਦੇ ਵਿੱਚ ਆਪਾਂ ਕੀਤਾ ਸੀ ਲਾ ਆਫ ਮਾਸ ਐਕਸ਼ਨ, ਕੰਸਨਟ੍ਰੇਸ਼ਨ ਦੇ ਰਿਗਾਰਡਿੰਗ ਜਿਹੜੀ ਆਪਾਂ ਸਟੱਡੀ ਕਰਦੇ ਪਏ ਆ। ਕੰਸਨਟ੍ਰੇਸ਼ਨ ਦੇ ਵਿੱਚ ਮੈਂ ਤੁਹਾਨੂੰ ਕੀਤਾ ਸੀਗਾ ਕਿ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਲਾ ਆਫ ਮਾਸ ਐਕਸ਼ਨ ਦੇ ਅਕੋਰਡਿੰਗ। ਹੋਪ ਕਿ ਸਾਰਿਆਂ ਨੂੰ ਜਿਹੜਾ ਉਹ ਸਮਝ ਆ ਗਿਆ ਹੋਊਗਾ। ਜਿਹਦੇ 'ਚ ਦੋ ਰਿਐਕਸ਼ਨ ਲਈਆਂ ਸੀ, ਇੱਕ ਆਪਾਂ ਸਿੰਪਲ ਲਈ ਸੀ, ਇੱਕ ਆਪਾਂ ਕੰਪਲੈਕਸ ਲਈ ਸੀ। ਤਾਂ ਜਿਹਦੇ ਅਕੋਰਡਿੰਗ ਡਾਇਰੈਕਟਲੀ ਪ੍ਰੋਪੋਰਸ਼ਨਲ ਵਾਲਾ ਆ। ਨੈਕਸਟ ਜਿਹੜਾ ਇਹਦੇ ਅਕੋਰਡਿੰਗ ਜਿਹੜਾ ਅੱਜ ਦਾ ਟੌਪਿਕ ਆਪਾਂ ਸ਼ੁਰੂ ਕਰਨ ਲੱਗੇ ਆ, ਇਹਦੇ ਵਿੱਚ ਕੀ ਦੱਸਾਂਗੇ। ਦੇਖੋ ਹੁਣ ਤੱਕ ਜੋ ਆਪਾਂ ਲਾ ਆਫ ਮਾਸ ਐਕਸ਼ਨ ਦੇ ਵਿੱਚ ਇੱਕ ਗੱਲ ਨੋਟ ਕੀਤੀ ਆ ਕਿ ਜਿੰਨੇ ਰਿਐਕਟੈਂਟ ਨੇ ਸਾਰਿਆਂ ਦੇ ਉੱਪਰ ਰੇਟ ਡਿਪੈਂਡ ਕਰਦਾ ਹੈ, ਵਿਚ ਇਜ਼ ਇੰਪੋਸੀਬਲ। ਜਿੰਨਾ ਅਮਾਊਂਟ ਲੈ ਲਓ ਸਾਰੇ ਦੇ ਉੱਪਰ ਰੇਟ ਕਦੇ ਵੀ ਡਿਪੈਂਡ ਨਹੀਂ ਕਰਦਾ। ਸਿੰਪਲ ਜੀ ਐਗਜ਼ਾਮਪਲ ਲੈਂਦੇ ਆ। ਹੁਣ ਆਪਾਂ ਪੈਟਰੋਲ ਪਵਾਉਂਦੇ ਹਾਂ, ਡੀਜ਼ਲ ਪਵਾਉਂਦੇ ਹਾਂ, ਕਿ ਸਾਰੇ ਪੈਟਰੋਲ ਦੇ ਉੱਪਰ ਆਪਣੀ ਜਿਹੜੀ ਹੈਗੀ ਐਵਰੇਜ ਡਿਪੈਂਡ ਕਰਦੀ ਹੈ? ਨਹੀਂ, ਵੇਸਟ ਵੀ ਤਾਂ ਨਿਕਲਦਾ ਹੀ ਹੈ। ਡੀਜ਼ਲ ਦਾ ਵੀ ਵੇਸਟ ਨਿਕਲਦਾ, ਜਿਹਨੂੰ ਆਪਾਂ ਧੂੰਆਂ ਕਹਿੰਦੇ ਆ ਨਾ। ਤਾਂ ਐਫੀਸ਼ੀਐਂਸੀ ਕਹਿੰਦਾ ਭਾਵ ਉਹ ਵੀ 100% ਕਦੇ ਵੀ ਨਹੀਂ ਹੁੰਦੀ। ਤਾਂ ਇੱਥੇ ਸਾਇੰਟਿਸਟ ਨੇ ਕੀ ਕੀਤਾ, ਕੋਈ ਨੈਕਸਟ ਇਹਦੇ 'ਚ ਲਾਅ ਐਡ ਕੀਤਾ ਜਿਹੜਾ ਇਸ ਨਾਲੋਂ ਲਾ ਆਫ ਮਾਸ ਐਕਸ਼ਨ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਪਰਫੈਕਟ ਸੀਗਾ, ਜੋ ਅੱਜ ਤੱਕ ਸਟੱਡੀ ਹੁਣ ਤੱਕ ਚੱਲ ਰਿਹਾ, ਮਤਲਬ ਉਹਦੀ ਰਿਪਲੇਸਮੈਂਟ ਨਹੀਂ ਹੋਈ। ਨੈਕਸਟ ਜਿਹੜਾ ਹੈਗਾ ਅੱਜ ਦਾ ਟੌਪਿਕ ਆਪਣਾ ਹੈਗਾ ਰੇਟ ਲਾਅ ਐਕਸਪ੍ਰੈਸ਼ਨ। ਕਿਹੜਾ ਹੈਗਾ ਜੀ? ਸੈਕੰਡ ਜਿਹੜਾ ਕੰਸਨਟ੍ਰੇਸ਼ਨ ਨੂੰ ਡਿਟੇਲ ਦੱਸਦਾ ਆਪਣਾ, ਦੈਟ ਇਜ਼ ਰੇਟ ਲਾਅ ਐਕਸਪ੍ਰੈਸ਼ਨ। ਰੇਟ ਲਾਅ ਐਕਸਪ੍ਰੈਸ਼ਨ ਦੇ ਅਕੋਰਡਿੰਗ ਪਹਿਲਾਂ ਇਹਦੀ ਆਪਾਂ ਡੈਫੀਨੇਸ਼ਨ ਲਿਖਦੇ ਹਾਂ, ਫਿਰ ਇਹਦੀ ਇਕੁਏਸ਼ਨ ਮੈਂ ਸਮਝਾਊਂਗਾ। ਡੈਫੀਨੇਸ਼ਨ ਦੇ ਵਿੱਚ ਤੁਸੀਂ ਕੀ ਲਿਖੋਗੇ? ਲਿਖੋ ਜੀ ਇਹਦੇ ਅਕੋਰਡਿੰਗ ਟੂ ਦਿਸ ਲਾਅ ਰੇਟ ਆਫ ਸਟਾਰਟਿੰਗ ਬਿਲਕੁਲ ਸੇਮ ਹੈ ਫॉर ਸਿੰਪਲ ਰਿਐਕਸ਼ਨ। ਕੰਪਲੈਕਸ ਰਿਐਕਸ਼ਨ ਦੇ ਲਈ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ। ਤਾਂ ਸਿੰਪਲ ਰਿਐਕਸ਼ਨ ਦੇ ਵਿੱਚ ਕੀ ਹੈ, ਓਵਰਆਲ ਇਹਦੀ ਜਿਹੜੀ ਇਕੁਏਸ਼ਨ ਸਟੇਟਮੈਂਟ ਬਣਦੀ ਹੈ ਉਹ ਕੀ ਹੈਗੀ? ਅਕੋਰਡਿੰਗ ਟੂ ਦਿਸ ਲਾਅ ਰੇਟ ਆਫ ਰਿਐਕਸ਼ਨ ਜਾਂ ਕੈਮੀਕਲ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਪ੍ਰੋਡਕਟ ਆਫ ਮੋਲਰ ਕੰਸਨਟ੍ਰੇਸ਼ਨ ਆਫ ਰਿਐਕਟੈਂਟ and their power those stoichiometric ਜਾਂ those coefficients upon which rate actually depend। law of mass action 'ਚ ਕੀ ਸੀਗਾ? raise to power coefficients, ਜੋ ਸੀ ਐਜ਼ ਇਟ ਇਜ਼ ਰੇਸ ਟੂ ਪਾਵਰ ਕਰ ਦਿੰਦੇ ਆ। ਇਹਦੇ 'ਚ ਦੋਜ਼ ਵਰਡ ਯੂਜ਼ ਹੋ ਗਿਆ ਕਿ ਉਹ ਫ੍ਰੈਕਸ਼ਨ ਜਿਹਦੇ ਉੱਪਰ ਰੇਟ ਐਕਚੁਅਲੀ ਡਿਪੈਂਡ ਕਰਦਾ ਉਹ ਆਪਾਂ ਰੇਸ ਟੂ ਪਾਵਰ ਲੈ ਕੇ ਜਾਵਾਂਗੇ। ਜਿਵੇਂ ਮੈਂ ਇਹਦੇ 'ਚ ਐਗਜ਼ਾਮਪਲ ਲੈ ਲੈਣਾ, ਮੈਂ ਇੱਕ ਸਿੰਪਲ ਇਕੁਏਸ਼ਨ ਲੈਣਾ ਜਿਵੇਂ ਪਹਿਲਾਂ ਦੀ ਲਈ ਸੀ, a+b ਵਿਲ ਗਿਵ c+d ਹੋ ਗਿਆ। ਤਾਂ ਰੇਟ ਜਿਹੜਾ ਹੋ ਗਿਆ ਇਹਦੇ ਅਕੋਰਡਿੰਗ ਸਿੰਪਲ ਰਹੂਗਾ। ਮੈਂ ਡਾਇਰੈਕਟਲੀ ਪ੍ਰੋਪੋਰਸ਼ਨ ਲਾ ਕੇ a ਦੇ ਹੋ ਗਿਆ ਅਤੇ b ਦੀ ਮੋਲਰ ਕੰਸਨਟ੍ਰੇਸ਼ਨ ਹੋ ਗਈ ਹੈ ਨਾ। ਤਾਂ ਇਹਨੂੰ ਆਪਾਂ ਰੇਟ ਇਜ਼ ਇਕੁਅਲ ਟੂ ਵੀ ਲਿਖ ਸਕਦੇ ਹਾਂ ਕਿ ਜਿਹੜਾ ਕੌਂਸਟੈਂਟ ਪਾ ਕੇ a ਤੇ b, ਇਹ ਸਿੰਪਲ ਰਿਐਕਸ਼ਨ ਹੋ ਗਈ ਹੈ ਨਾ। ਅਤੇ ਫॉर ਕੰਪਲੈਕਸ ਰਿਐਕਸ਼ਨ ਦੀ ਇੱਥੇ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ। ਫॉर ਅਗਰ ਮੈਂ ਕੰਪਲੈਕਸ ਰਿਐਕਸ਼ਨ ਲੈ ਰਿਹਾ, ਕੰਪਲੈਕਸ ਰਿਐਕਸ਼ਨ ਦੇ ਵਿੱਚ A ਦੇ ਲੈਟ A ਮੋਲ ਨੇ, B ਦੇ ਲੈਟ B ਮੋਲ ਨੇ, ਪਹਿਲਾਂ ਦੀ ਤਰ੍ਹਾਂ ਹੀ ਲੈ ਰਿਹਾ ਮੈਂ, C ਦੇ C ਮੋਲ ਨੇ, D ਦੇ D ਮੋਲ ਨੇ। ਤਾਂ ਇਹਦੇ ਅਕੋਰਡਿੰਗ ਜਿਹੜਾ ਰੇਟ ਬਣਦਾ ਹੈ, ਰੇਟ ਜਿਹੜਾ ਬਣਦਾ ਹੈ, ਤਾਂ ਹੁਣ ਇਸ ਲਾਅ ਦੇ ਅਕੋਰਡਿੰਗ ਡਾਇਰੈਕਟਲੀ ਪ੍ਰੋਪੋਰਸ਼ਨ ਕੇਸ ਤੱਕ ਸੇਮ ਹੈ। A ਰੇਜ਼ ਟੂ ਪਾਵਰ ਹੁਣ ਆਪਾਂ A ਨਹੀਂ ਲਿਖਣਾ। ਹੁਣ ਇਹ ਮੰਨ ਲਓ 2 ਹੈ, 3 ਹੈ, 4 ਹੈ, ਮਤਲਬ ਮੈਥਮੈਟੀਕਲ ਕੋਈ ਵੀ ਇਹ ਵੈਲਿਊ ਹੋ ਸਕਦੀ ਹੈ, ਬਟ ਸਾਰੇ ਦੇ ਉੱਪਰ ਇਹ ਕਹਿੰਦਾ ਰੇਟ ਨਹੀਂ ਡਿਪੈਂਡ ਕਰਦਾ। ਦੋਜ਼ ਕੋਫੀਸ਼ੀਐਂਟ ਲਿਖਣੇ ਆ ਜਿਨ੍ਹਾਂ ਦੇ ਉੱਪਰ ਰੇਟ ਐਕਚੁਅਲੀ ਡਿਪੈਂਡ ਕਰਦਾ। ਲੈਟ ਮੈਂ ਲਿਖ ਲੈਂਦਾ A ਦਾ ਕੋਈ ਪਾਰਟ ਹੈ x, ਕੁਛ ਫ੍ਰੈਕਸ਼ਨ ਹੈ ਉਹਦਾ x ਜਿਹਦੇ ਉੱਪਰ ਰੇਟ ਐਕਚੁਅਲ ਡਿਪੈਂਡ ਕਰਦਾ। ਤਾਂ A ਰੇਜ਼ ਟੂ ਪਾਵਰ x ਹੋ ਗਿਆ, ਸਿਮਿਲਰਲੀ B ਰੇਜ਼ ਟੂ ਪਾਵਰ y ਹੋ ਗਿਆ। ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣ ਗਈ? ਰੇਟ ਇਜ਼ ਇਕੁਅਲ ਟੂ k A ਰੇਜ਼ ਟੂ ਪਾਵਰ x ਤੇ B ਰੇਜ਼ ਟੂ ਪਾਵਰ y ਆਪਣੇ ਕੋਲ ਇਹਦੀ ਵੈਲਿਊ ਆ ਗਈ ਸੀ। ਇਹ ਕੀ ਆ ਗਿਆ ਆਪਣਾ? ਦੋਜ਼ ਕੋਫੀਸ਼ੀਐਂਟ ਅਪੋਨ ਵਿਚ ਰੇਟ ਐਕਚੁਅਲੀ ਡਿਪੈਂਡਸ ਜਿਹੜਾ ਹੈਗਾ ਕਰਦਾ। ਇਹ ਕਿਹਨੇ ਕਿਹਾ? ਰੇਟ ਲਾਅ ਐਕਸਪ੍ਰੈਸ਼ਨ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਕੋਲੇ ਪੁਆਇੰਟ ਆਉਂਦਾ ਹੈ ਬੜਾ ਇੰਪੋਰਟੈਂਟ ਹੈ। ਇੱਥੇ ਆਪਾਂ ਕੇ ਯੂਜ਼ ਕਰ ਰਹੇ ਹਾਂ ਬਾਰ-ਬਾਰ। ਕੀ ਯੂਜ਼ ਕਰ ਰਹੇ ਹਾਂ? ਕੇ ਕੀ ਹੁੰਦਾ ਹੈ? ਪਿਛਲੇ ਲੈਕਚਰ 'ਚ ਵੀ ਤੁਹਾਨੂੰ ਦੱਸਿਆ ਸੀਗਾ, ਇਹ ਹੁੰਦਾ ਰੇਟ ਕਾਂਸਟੈਂਟ। ਕੀ ਹੁੰਦਾ ਜੀ? ਰੇਟ ਕਾਂਸਟੈਂਟ। ਇਹਦੀਆਂ ਕੁਝ ਕੁ ਕਰੈਕਟਰਿਸਟਿਕਸ ਨੇਗੀਆਂ ਕੇ ਦੀਆਂ, ਇੰਪੋਰਟੈਂਟ ਹੈ। 3 ਨੰਬਰ ਦਾ ਕੁਐਸਚਨ ਆ ਜਾਂਦਾ, ਵਾਟ ਇਜ਼ ਕੇ ਐਂਡ ਇਟਸ ਜਿਹੜੀਆਂ ਹੈਗੀਆਂ ਨੇ ਕਰੈਕਟਰਿਸਟਿਕਸ, ਹੈ ਨਾ, ਆ ਜਾਣਾ 3 ਨੰਬਰ ਦਾ। ਪਹਿਲਾਂ ਜੇ ਕੇ ਦੀ ਡੈਫੀਨੇਸ਼ਨ ਦੇਣੀ ਹੋਵੇ, ਹੈ ਨਾ, ਸਿੰਪਲ ਇਕੁਏਸ਼ਨ ਤੋਂ ਮੈਂ ਡੈਫੀਨੇਸ਼ਨ ਅਗਰ ਮਤਲਬ ਲੈਟ ਤੁਹਾਨੂੰ ਬਿਲਕੁਲ ਹੀ ਭੁੱਲ ਜਾਓ ਤੁਸੀਂ,
ਡੈਫੀਨੇਸ਼ਨ ਤਾਂ ਇੱਕ ਨੰਬਰ ਦੀ ਜਿਹੜੀ ਹੈਗੀ ਤੁਸੀਂ ਐਜ਼ ਇਟ ਇਜ਼ ਲਿਖ ਸਕਦੇ ਹੋ। ਸਿੰਪਲ ਰਿਐਕਸ਼ਨ ਤੋਂ ਹੀ ਲੈ ਲਓ, ਜਿਹੜੀ ਮੈਂ ਇੱਥੇ ਕੀਤੀ ਹੈ ਲੈਟਾ ਵਾਲੀ ਰਿਐਕਸ਼ਨ ਕੀਤਾ, ਇਹਦੇ 'ਚ ਮੈਂ ਆ ਕੇ ਐਡ ਕਰ ਲਿਆ ਨੀਚੇ ਵਾਲੀ 'ਚ। ਤਾਂ ਜੇ ਅਗਰ ਮੈਂ ਕੇ ਦੀ ਡੈਫੀਨੇਸ਼ਨ ਲੈਣੀ ਤਾਂ ਮੈਂ ਏ ਦੀ 1 ਲੈਟ ਵੈਲਿਊ ਲਿਖ ਲਈ, ਬੀ ਦੀ 1 ਵੈਲਿਊ ਲਿਖ ਲਈ, ਮਤਲਬ ਮੋਲਰ ਕੰਸਨਟ੍ਰੇਸ਼ਨ ਆਫ ਏ ਐਂਡ ਬੀ 1 ਕਰ ਲਿਆ। ਤਾਂ ਕੇ ਕੀ ਹੋ ਗਿਆ, ਰੇਟ ਆਫ ਰਿਐਕਸ਼ਨ। ਤਾਂ ਆਪਾਂ ਇਹ ਕਹਿ ਸਕਦੇ ਹਾਂ ਰੇਟ ਕਾਂਸਟੈਂਟ ਇਜ਼ ਦਾ ਰੇਟ ਆਫ ਰਿਐਕਸ਼ਨ ਵੈਨ concentration ਜਾਂ molar concentration of reacting species is unity। ਠੀਕ ਹੈ ਜੀ, ਇਹ ਡੈਫੀਨੇਸ਼ਨ ਹੋ ਗਈ। ਤਾਂ ਨੈਕਸਟ ਆਪਾਂ ਜਿਹੜਾ ਹੈਗਾ ਦੀਆਂ ਕਰੈਕਟਰਿਸਟਿਕਸ ਲਿਖੋ, ਬੜਾ ਇੰਪੋਰਟੈਂਟ ਹੈ। ਕਰੈਕਟਰਿਸਟਿਕਸ ਆਫ ਕੇ ਜਿਹੜੀਆਂ ਹੈਗੀਆਂ ਨੇ ਲਿਖੋ। ਫਸਟ ਪੁਆਇੰਟ ਇਹਦੇ 'ਚ ਬਣਾਓ, ਜਿਹੜਾ ਕੇ ਹੁੰਦਾ ਹੈ ਇਹ ਆਪਾਂ ਨੂੰ ਕਿਸੇ ਵੀ ਰਿਐਕਸ਼ਨ ਦੇ ਰੇਟ ਬਾਰੇ ਦੱਸਦਾ ਹੈ। ਆਪਾਂ ਕਹਿ ਸਕਦੇ ਹਾਂ ਰੇਟ ਕਾਂਸਟੈਂਟ ਇਜ਼ ਏ ਮੈਜ਼ਰ ਆਫ ਦਾ ਰੇਟ ਆਫ ਰਿਐਕਸ਼ਨ, ਹੈ ਨਾ। ਮਤਲਬ ਲਾਰਜਰ ਦਾ ਵੈਲਿਊ ਆਫ ਕੇ ਫਾਸਟਰ ਵਿਲ ਬੀ ਦਾ ਰਿਐਕਸ਼ਨ। ਮੰਨ ਲਓ ਮੈਂ ਤੁਹਾਡੇ ਕੋਲੇ ਕੋਈ 2 3 4 ਕਿੰਨੀਆਂ ਵੀ ਰਿਐਕਸ਼ਨ ਨੇ, ਜਿਹਦੀ ਕੇ ਦੀ ਵੈਲਿਊ ਜ਼ਿਆਦਾ ਹੋਏਗੀ ਉਨੀ ਰਿਐਕਸ਼ਨ ਜਿਹੜੀ ਹੈਗੀ ਉਹ ਫਾਸਟ ਹੋਏਗੀ। ਲਾਰਜਰ ਦਾ ਵੈਲਿਊ ਆਫ ਕੇ ਫਾਸਟਰ ਵਿਲ ਬੀ ਦਾ ਰਿਐਕਸ਼ਨ। ਸਿਮਿਲਰਲੀ ਜੇ ਕੇ ਦੀ ਵੈਲਿਊ ਘੱਟ ਹੈ ਤਾਂ ਉਹ ਰਿਐਕਸ਼ਨ ਸਲੋ ਹੋਏਗੀ। ਇਹ ਫਸਟ ਪੁਆਇੰਟ ਹੈ। ਸੈਕੰਡ ਤੁਸੀਂ ਇਹਦੇ 'ਚ ਲਿਖ ਸਕਦੇ ਹੋ ਫॉर ए ਪਾਰਟੀਕੂਲਰ ਐਕਸ਼ਨ। ਮੰਨ ਲਓ ਕੋਈ ਇੱਕ ਰਿਐਕਸ਼ਨ ਇੱਕ ਪਾਰਟੀਕੂਲਰ ਟੈਂਪਰੇਚਰ ਤੇ ਚੱਲ ਰਹੀ ਹੈ, ਤਾਂ ਉਹਦੇ ਲਈ ਜਿਹੜੀ ਕੇ ਦੀ ਵੈਲਿਊ ਹੈ ਇੰਡੀਪੈਂਡੈਂਟ ਆਫ ਕੰਸਨਟ੍ਰੇਸ਼ਨ ਹੁੰਦੀ ਹੈ, ਕੰਸਨਟ੍ਰੇਸ਼ਨ ਤੇ ਡਿਪੈਂਡ ਨਹੀਂ ਕਰਦੀ। ਫॉर ए ਪਾਰਟੀਕੂਲਰ ਰਿਐਕਸ਼ਨ ਦ ਰੇਟ ਕਾਂਸਟੈਂਟ ਇਜ਼ ਇੰਡੀਪੈਂਡੈਂਟ ਆਫ ਮੋਲਰ ਕੰਸਨਟ੍ਰੇਸ਼ਨ ਆਫ ਦ ਰਿਐਕਟਿੰਗ ਸਪੀਸ਼ੀਜ਼। ਠੀਕ ਹੈ ਜੀ। ਥਰਡ ਜਿਹੜਾ ਇਹਦੇ 'ਚ ਤੁਸੀਂ ਬਣਾ ਸਕਦੇ ਹੋ ਫॉर ए ਪਾਰਟੀਕੂਲਰ ਰਿਐਕਸ਼ਨ, ਫॉर ए ਪਾਰਟੀਕੂਲਰ ਰਿਐਕਸ਼ਨ ਦਾ ਵੈਲਿਊ ਆਫ ਕੇ ਜਿਹੜੀ ਚੇਂਜਸ ਵਿਦ ਟੈਂਪਰੇਚਰ। ਚਾਹੇ ਇੱਕ ਪਾਰਟੀਕੂਲਰ ਰਿਐਕਸ਼ਨ ਦੇ ਲਈ ਕੇ ਹੈ, ਬਟ ਜੇ ਟੈਂਪਰੇਚਰ ਚੇਂਜ ਹੋ ਰਿਹਾ ਤਾਂ ਕੇ ਦੀ ਵੈਲਿਊ ਡੈਫੀਨੇਟਲੀ ਚੇਂਜ ਹੋਏਗੀ ਹੀ ਹੋਏਗੀ, ਇਹ ਯਾਦ ਰੱਖਣਾ ਤੁਸੀਂ। ਠੀਕ ਹੈ ਜੀ। ਨੈਕਸਟ ਲਿਖ ਸਕਦੇ ਹੋ ਦਾ ਵੈਲਿਊ ਆਫ ਕੇ ਇਜ਼ ਡਿਫਰੈਂਟ ਫॉर ਡਿਫਰੈਂਟ ਰਿਐਕਸ਼ਨਸ। ਇਹ ਸਿੰਪਲ ਜੀ ਗੱਲ ਹੈ, ਰਿਐਕਸ਼ਨ ਦੇ ਲਈ ਅਲੱਗ-ਅਲੱਗ ਹੋਏਗੀ। ਇਹ ਕੀ ਸੀ ਕਹਿੰਦੀਆਂ ਕਰੈਕਟਰਿਸਟਿਕਸ ਆ ਗਈਆਂ ਸੀ, ਹੈ ਨਾ ਜੀ। ਕਰੈਕਟਰਿਸਟਿਕਸ ਤੋਂ ਬਾਅਦ ਇਹਦੇ 'ਚ ਨਾ ਇੱਕ ਆਮ 2 ਨੰਬਰ ਦਾ ਕੁਐਸਚਨ ਆ ਜਾਂਦਾ, 4 ਪੁਆਇੰਟ ਇਹਦੇ 'ਚ ਆਪਾਂ ਲਿਖਣੇ ਹੁੰਦੇ ਹੈਗੇ। ਇਹ ਵੀ ਤੁਸੀਂ ਨਾਲ ਲੱਗਦੇ ਲਿਖ ਹੀ ਲਓ। ਡਿਫਰੈਂਸ ਲਿਖ ਦਿੰਦੇ ਆਪਾਂ, ਡਿਫਰੈਂਸ ਬਿਟਵੀਨ ਰੇਟ ਆਫ ਰਿਐਕਸ਼ਨ ਐਂਡ ਰੇਟ ਕਾਂਸਟੈਂਟ। ਠੀਕ ਹੈ, ਡਿਫਰੈਂਸ ਕਿਹਦੇ ਨੇ, ਇਹ ਟੈਬੂਲਰ ਫਾਰਮ 'ਚ ਲਿਖ ਲਓ। ਰੇਟ ਆਫ ਰਿਐਕਸ਼ਨ ਜਿਹੜੀ ਆਪਾਂ ਪਿੱਛੇ ਡੈਫੀਨੇਸ਼ਨ ਕਰਾਈ ਸੀ, ਰੇਟ ਆਫ ਰਿਐਕਸ਼ਨ ਐਂਡ ਰੇਟ ਕਾਂਸਟੈਂਟ ਦੇ ਜਿਹੜੇ ਹੈਗੇ ਨੇ ਡਿਫਰੈਂਸ ਆਪਾਂ ਸਟੱਡੀ ਕਰਦੇ ਹਾਂ। ਹਾਂ, ਰੇਟ ਆਫ ਰਿਐਕਸ਼ਨ ਦੇ ਵਿੱਚ ਤੁਸੀਂ ਕੀ ਲਿਖੋਗੇ, ਹੁਣ ਇਹਦਾ ਦੀ ਰੇਟ ਆਫ ਰਿਐਕਸ਼ਨ ਵਾਲੀ ਸਾਈਡ ਤੇ ਆਪਾਂ ਪੁਆਇੰਟ ਬਣਾਓ। ਫਸਟ ਪੁਆਇੰਟ, it is the speed with which reactant converted into products, speed with which reactant converted into the products। ਤੇ ਰੇਟ ਕਾਂਸਟੈਂਟ ਵਾਲੀ ਸਾਈਡ ਤੇ ਤੁਸੀਂ ਕੀ ਲਿਖੋਗੇ, ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਉਹੀ ਜੋ ਹੁਣੇ ਮੈਂ ਤੁਹਾਨੂੰ ਪਿੱਛੇ ਕਰਵਾ ਕੇ ਹਟਿਆ। ਰੇਟ ਕਾਂਸਟੈਂਟ ਇਜ਼ ਬੇਸਿਕਲੀ ਦਾ ਰੇਟ ਆਫ ਰਿਐਕਸ਼ਨ ਵੈਨ ਕੰਸਨਟ੍ਰੇਸ਼ਨ ਆਫ ਰਿਐਕਟਿੰਗ ਸਪੀਸ਼ੀਜ਼ ਇਜ਼ ਯੂਨਿਟੀ, ਹੈ ਨਾ। ਇਹ ਹੋ ਗਈ ਇਹਨਾਂ ਦੀ ਫਸਟ ਡਿਫਰੈਂਸ ਹੋ ਗਿਆ। ਸੈਕੰਡ ਡਿਫਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹਦੇ 'ਚ ਲਿਖ ਸਕਦੇ ਹੋ ਜਿਹੜਾ ਹੈਗਾ ਜਿਹੜਾ ਰੇਟ ਆਫ ਰਿਐਕਸ਼ਨ ਹੁੰਦਾ ਹੈ, ਰੇਟ ਆਫ ਰਿਐਕਸ਼ਨ ਇਹ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ। ਹੁਣੇ ਦੱਸ ਕੇ ਹਟਿਆ, ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਜਾਂ ਡਿਪੈਂਡ ਅਪੋਨ ਕੰਸਨਟ੍ਰੇਸ਼ਨ ਆਫ ਦਾ ਰਿਐਕਟਿੰਗ ਸਪੀਸ਼ੀਜ਼, ਵਾਈਲ ਦੂਸਰੇ ਪਾਸੇ ਜਿਹੜੀ ਹੈਗੀ ਹੈ ਰੇਟ ਕਾਂਸਟੈਂਟ ਇਜ਼ ਇੰਡੀਪੈਂਡੈਂਟ ਆਫ ਦਾ ਕੰਸਨਟ੍ਰੇਸ਼ਨ ਆਫ ਰਿਐਕਟਿੰਗ ਸਪੀਸ਼ੀਜ਼। ਤੁਸੀਂ ਇਹ ਲਿਖ ਸਕਦੇ ਹੋ। ਉਸ ਤੋਂ ਬਾਅਦ ਯੂਨਿਟ ਦੀ ਗੱਲ ਕਰਦੇ ਆ, ਹੈ ਨਾ। ਜਿਹੜਾ ਰੇਟ ਆਫ ਰਿਐਕਸ਼ਨ ਦਾ ਯੂਨਿਟ ਜਿਹੜਾ ਹੈਗਾ ਕਾਂਸਟੈਂਟ ਹੋਣਗੇ, ਰੇਟ ਆਫ ਰਿਐਕਸ਼ਨ ਦੇ ਯੂਨਿਟ ਕਾਂਸਟੈਂਟ ਹੋਣਗੇ। ਕੀ ਯੂਨਿਟ ਬਣਾ ਸਕਦੇ ਹਾਂ, ਦੇਖੋ ਆਪਾਂ ਰੇਟ ਆਫ ਰਿਐਕਸ਼ਨ ਕੀ ਹੈ, dx/dt ਹੁੰਦਾ, ਮਤਲਬ ਕੰਸਨਟ੍ਰੇਸ਼ਨ ਅਪੋਨ ਟਾਈਮ। ਕੰਸਨਟ੍ਰੇਸ਼ਨ ਦੇ ਯੂਨਿਟ ਕੀ ਹੋਣਗੇ, ਮੋਲ ਪਰ ਲੀਟਰ ਪਰ ਸੈਕਿੰਡ, ਇਹਦਾ ਜਿਹੜਾ ਹੈਗਾ ਯੂਨਿਟ ਬਣ ਗਏ, ਹੈ ਨਾ। ਮੋਲ ਪਰ ਲੀਟਰ ਪਰ ਸੈਕਿੰਡ ਜਾਂ ਪਰ ਟਾਈਮ, ਉਹ ਡਿਪੈਂਡ ਕਰਦਾ ਤੁਸੀਂ ਕਿਸ ਦੇ ਵਿੱਚ ਲੈ ਰਹੇ ਹੋ। ਕਹਿੰਦਾ ਭਾਵ ਇਹਦੇ ਯੂਨਿਟ ਕਾਂਸਟੈਂਟ ਹੁੰਦੇ ਨੇ ਕੋਈ ਵੀ ਰਿਐਕਸ਼ਨ ਹੋਵੇ, ਬਟ ਰੇਟ ਕਾਂਸਟੈਂਟ ਦੇ ਜਿਹੜੇ ਯੂਨਿਟ ਹੁੰਦੇ ਨੇ ਉਹ ਵੇਰੀ ਕਰਦੇ ਨੇ। ਕਿਵੇਂ ਵੇਰੀ ਕਰਦੇ ਨੇ, ਉਹ ਡਿਪੈਂਡ ਕਰਦਾ ਵੀ ਤੁਹਾਡੀ ਰਿਐਕਸ਼ਨ ਜਿਹੜੀ ਹੈਗੀ ਉਹ ਕਿਹੜਾ ਆਰਡਰ ਹੈ। ਮਤਲਬ ਆਰਡਰ ਜਿਹੜਾ ਨੈਕਸਟ ਟੌਪਿਕ ਹੁਣੇ ਅੱਗੇ ਦੱਸਦਾ, ਬਟ ਇੱਥੇ ਫਿਲਹਾਲ ਇੰਨਾ ਕੁ ਲਿਖ ਲਓ, ਦ ਯੂਨਿਟ ਆਫ ਰੇਟ ਕਾਂਸਟੈਂਟ ਡਿਪੈਂਡ ਅਪੋਨ ਦਾ ਆਰਡਰ ਆਫ ਦਾ ਰਿਐਕਸ਼ਨ। ਕਿ ਰਿਐਕਸ਼ਨ ਤੁਹਾਡੀ 0 ਆਰਡਰ ਹੈ, ਫਸਟ ਆਰਡਰ ਹੈ, ਸੈਕੰਡ ਆਰਡਰ ਹੈ, ਉਹ 'ਤੇ ਡਿਪੈਂਡ ਕਰਦਾ। ਆਰਡਰ ਕੀ ਹੈ, ਹੁਣ ਨੈਕਸਟ ਮੈਂ ਅੱਗੇ ਆਪਣਾ ਟੌਪਿਕ ਜਿਹੜਾ ਆ ਗਿਆ, ਨੈਕਸਟ ਟੌਪਿਕ ਇਜ਼ ਦਾ ਆਰਡਰ ਆਫ ਰਿਐਕਸ਼ਨ। ਨੈਕਸਟ ਇਜ਼ ਦਾ ਆਰਡਰ ਆਫ ਰਿਐਕਸ਼ਨ, ਬੜਾ ਇੰਪੋਰਟੈਂਟ ਹੈ ਆਰਡਰ।
ਹੁਣ ਆਰਡਰ ਬੇਸਿਕਲੀ ਇਹਦੇ 'ਚ ਇਹਨੂੰ ਥੋੜ੍ਹਾ ਮੈਂ ਪਿਛਲੇ ਨਾਲ ਹੀ ਕੋਰਲੇਟ ਕਰਦਾ ਤਾਂ ਜੋ ਤੁਸੀਂ ਭੁੱਲੋ ਨਾ। ਆਰਡਰ ਦੇ ਵਿੱਚ ਹੁਣ ਆਪਾਂ ਦੋਨਾਂ ਲਾਅ ਦੇ ਵਿੱਚੋਂ ਲਾਅ ਆਫ ਮਾਸ ਐਕਸ਼ਨ ਤੇ ਰੇਟ ਲਾਅ ਐਕਸਪ੍ਰੈਸ਼ਨ ਚੋਂ ਵਧੀਆ ਕਿਹੜਾ ਹੈ? ਸਿੰਪਲ ਜੀ ਗੱਲ ਹੈ, ਲਾਅ ਆਫ ਮਾਸ ਐਕਸ਼ਨ ਜਿਹੜਾ ਅੱਜ ਤੱਕ ਚੱਲ ਰਿਹਾ, ਜਿਹਨੂੰ ਹਜੇ ਤੱਕ ਰਿਪਲੇਸ ਨਹੀਂ ਕੀਤਾ ਗਿਆ ਹੈ ਨਾ। ਤਾਂ ਇਹਦੇ ਵਿੱਚ ਜਿਹੜੇ ਸਟਾਈਚੋਮੈਟ੍ਰਿਕ ਕੌਂਸਟੈਂਟ, ਜਿਹੜੇ ਕੋਫੀਸ਼ੀਐਂਟਸ ਰੇਜ਼ ਟੂ ਪਾਵਰ ਆਏ ਨੇ, ਜਿਹੜੇ ਕੋਫੀਸ਼ੀਐਂਟ ਰੇਜ਼ ਟੂ ਪਾਵਰ ਆਏ ਨੇ, ਉਹਨਾਂ ਨੂੰ ਆਪਾਂ ਕੀ ਲਵਾਂਗੇ? ਮੇਨ ਮੰਨਾਂਗੇ। ਏ ਤੇ ਬੀ ਨਹੀਂ ਹੁਣ ਆਪਣੇ ਮੇਨ ਹੈਗੇ, ਕਿਹੜੇ ਨੇ? ਐਕਸ ਤੇ ਵਾਈ, ਜਿਹੜੇ ਕੋਫੀਸ਼ੀਐਂਟ ਆਪਾਂ ਰੇਜ਼ ਟੂ ਪਾਵਰ ਲਿਖੇ ਨੇ। ਤਾਂ ਇਹਨਾਂ ਨੂੰ ਮੈਂ ਯੂਜ਼ ਕਰਦਾ। ਆਰਡਰ ਆਫ ਰਿਐਕਸ਼ਨ ਬੇਸਿਕਲੀ ਕੀ ਹੁੰਦਾ ਹੈ, ਯਾਦ ਰੱਖਣਾ ਧਿਆਨ ਨਾਲ, ਇੰਪੋਰਟੈਂਟ ਆ, ਇਹਦਾ ਡਿਫਰੈਂਸ ਵੀ ਅੱਗੇ ਬਣਦਾ। ਆਰਡਰ ਆਫ ਰਿਐਕਸ਼ਨ ਇਜ਼ ਦਾ ਸਮ of coefficients which are used in rate law expression upon which rate depend। ਯਾਦ ਰੱਖਣਾ ਹੈ ਕੋਫੀਸ਼ੀਐਂਟ ਜਿਨ੍ਹਾਂ ਦੇ ਉੱਪਰ ਰੇਟ ਐਕਚੁਅਲੀ ਡਿਪੈਂਡ ਕਰਦੀ ਹੈ ਉਹਨਾਂ ਦਾ ਸਮ ਕੀ ਹੋਏਗਾ? ਆਰਡਰ ਆਫ ਰਿਐਕਸ਼ਨ। ਕਹਿਣ ਦਾ ਭਾਵ ਡੈਫੀਨੇਸ਼ਨ ਤੁਸੀਂ ਲਿਖ ਲਈ, ਇਹਦੀ ਇਕੁਏਸ਼ਨ ਕੀ ਹੋਈ? x + y ਇਜ਼ ਦਾ ਆਰਡਰ ਆਫ ਰਿਐਕਸ਼ਨ ਹੈ। ਹੁਣ ਆਰਡਰ ਆਫ ਰਿਐਕਸ਼ਨ ਜ਼ੀਰੋ ਵੀ ਹੋ ਸਕਦੀ ਹੈ। ਜ਼ੀਰੋ ਆਰਡਰ ਰਿਐਕਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਰਿਐਕਟੈਂਟ ਦੇ ਉੱਪਰ ਬਿਲਕੁਲ ਹੀ ਰੇਟ ਨਹੀਂ ਡਿਪੈਂਡ ਕਰਦਾ। ਫਸਟ ਆਰਡਰ ਰਿਐਕਸ਼ਨ ਹੋ ਸਕਦੀ ਹੈ, ਹੁਣ ਥੋੜ੍ਹਾ ਜਿਹਾ ਦੱਸ ਦਿੰਦਾ, ਵੈਸੇ ਅੱਗੇ ਇਹਦੀ ਪੂਰੀ ਡਿਟੇਲ ਆਉਂਦੀ ਆ। ਫਸਟ ਆਰਡਰ ਰਿਐਕਸ਼ਨ ਦੇ ਵਿੱਚ ਆਪਾਂ ਕੀ ਲਿਖਾਂਗੇ ਵੀ ਜਿੰਨਾ ਕੁ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਵੱਧ ਰਹੀ ਆ ਉਨੀ ਕੁ ਸਪੀਡ ਵੱਧ ਰਿਹਾ, ਜਿੰਨੀ ਕੁ ਉਹਦੀ ਘਟ ਰਹੀ ਆ ਉਨਾ ਕੁ ਦਾ ਉਹਨਾਂ ਦੀ ਸਪੀਡ ਜਿਹੜੀ ਰੇਟ ਹੈ ਘਟ ਰਹੀ ਹੈ। ਕਹਿਣ ਦਾ ਭਾਵ ਲਗਭਗ ਸਿਮਿਲਰਲੀ ਪਲੱਸ ਮਾਈਨਸ ਹੋ ਰਿਹਾ, ਉਹਨੂੰ ਫਸਟ ਆਰਡਰ ਰਿਐਕਸ਼ਨ ਕਹਿੰਦਾ, ਜਿਹੜਾ ਪੈਰਲਲ ਚੱਲੇ। ਸੈਕੰਡ ਆਰਡਰ ਰਿਐਕਸ਼ਨ ਮਤਲਬ ਜਿੰਨੇ ਰਿਐਕਟੈਂਟ ਵਧਣਗੇ ਰੇਟ ਦੁੱਗਣਾ ਹੋਊਗਾ, ਡਬਲ ਹੋ ਗਿਆ, ਠੀਕ ਹੈ। ਤਾਂ ਇਹ ਆਰਡਰ ਅੱਗੇ ਆਪਾਂ ਸਟੱਡੀ ਕਰਾਂਗੇ ਤੁਹਾਡੇ ਸਿਲੇਬਸ 'ਚ, ਸਹੀ ਮੈਨੇ ਜ਼ੀਰੋ ਤੇ ਫਸਟ ਆਰਡਰ ਹੀ ਹੈ ਅਤੇ nth ਆਰਡਰ ਦਾ ਜਿਹੜਾ ਇਕੁਏਸ਼ਨ ਹੈ ਜਸਟ ਛੋਟੀ ਜਿਹੀ ਮੈਂ ਦੱਸੂਗਾ। ਤਾਂ ਸਮਝ ਆ ਗਿਆ ਹੋਪ ਕਿ ਆਰਡਰ ਆਫ ਰਿਐਕਸ਼ਨ ਕੀ ਹੁੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਨਾ ਇੱਕ ਪੁਆਇੰਟ ਆਉਂਦਾ ਇਹ 'ਚ ਕਾਫੀ ਇੰਪੋਰਟੈਂਟ ਹੈ ਆਰਡਰ ਆਫ ਰਿਐਕਸ਼ਨ ਤੋਂ ਬਾਅਦ, ਉਹ ਕੀ ਹੈਗਾ? ਮੋਲੀਕੂਲੈਰਿਟੀ ਆਫ ਰਿਐਕਸ਼ਨ ਆਉਂਦਾ ਹੈ, ਬੜਾ ਇੰਪੋਰਟੈਂਟ ਹੈ। ਕੀ ਆਉਂਦਾ ਜੀ? ਧਿਆਨ ਨਾਲ ਸਮਝੋ, ਮੋਲੀਕੂਲੈਰਿਟੀ ਆਫ ਰਿਐਕਸ਼ਨ। ਮੋਲੀਕੂਲੈਰਿਟੀ ਆਫ ਰਿਐਕਸ਼ਨ। ਹੁਣ ਮੋਲੀਕੂਲੈਰਿਟੀ ਬੇਸਿਕਲੀ ਹੁੰਦੀ ਕੀ ਹੈ, ਇਹਨੂੰ ਧਿਆਨ ਨਾਲ ਸਮਝੋ। ਜਦੋਂ ਕੋਈ ਵੀ ਰਿਐਕਸ਼ਨ ਪ੍ਰੋਸੀਡ ਕਰਦੀ ਹੈ, ਕਹਿਣ ਦਾ ਭਾਵ ਰਿਐਕਸ਼ਨ ਕੀ ਪ੍ਰੋਸੀਡ ਦਾ ਮਤਲਬ ਕੀ ਹੁੰਦਾ ਹੈ? ਰਿਐਕਟੈਂਟ ਤੋਂ ਪ੍ਰੋਡਕਟ ਬਣ ਰਹੇ ਨੇ, ਉਹਨੂੰ ਆਪਾਂ ਰਿਐਕਸ਼ਨ ਕਹਾਂਗੇ, ਹੈ ਨਾ। ਤਾਂ ਜਿਹੜੇ ਰਿਐਕਟੈਂਟ ਸਾਈਮਲਟੇਨੀਅਸਲੀ ਜਿਹੜੇ ਹੈਗੇ ਨੇ ਕੋਲਾਈਡ ਕਰਨ ਇੱਕ ਦੂਸਰੇ ਨਾਲ ਅਤੇ ਪ੍ਰੋਡਕਟ ਦੇਣ, ਉਹਨੂੰ ਆਪਾਂ ਰਿਐਕਸ਼ਨ ਦੀ ਮੋਲੀਕੂਲੈਰਿਟੀ ਕਹਾਂਗੇ। ਇਹ ਨਹੀਂ ਕਿ ਆਪਸ ਦੇ ਵਿੱਚ ਵੱਜੀ ਜਾਂਦੇ ਨੇ, ਸਟਰਾਈਕ ਕਰ ਰਹੇ ਨੇ ਬਟ ਪ੍ਰੋਡਕਟ ਨਹੀਂ ਬਣਾ ਰਹੇ। ਕਹਿਣ ਦਾ ਭਾਵ ਜਿਹੜੀ ਸਕਸੈਸਫੁਲ ਰਿਐਕਸ਼ਨ ਹੈ ਜਿਹਦੇ 'ਚ ਰਿਐਕਟੈਂਟ ਤੋਂ ਪ੍ਰੋਡਕਟ ਬਣ ਰਹੇ ਨੇ, ਉਹਦੇ ਵਿੱਚ ਜਿਹੜੇ ਰਿਐਕਟੈਂਟ ਆਪਸ ਦੇ ਵਿੱਚ ਐਟ ਏ ਟਾਈਮ ਸਾਈਮਲਟੇਨੀਅਸਲੀ ਮਤਲਬ ਕੋਲਾਈਡ ਕਰਦੇ ਨੇ, ਉਹੀ ਮੋਲੀਕੂਲੈਰਿਟੀ ਜਿਹੜੀ ਹੈਗੀ ਆਪਾਂ ਨੂੰ ਦੱਸਣਗੇ। ਤਾਂ ਕਹਿਣ ਦਾ ਭਾਵ ਆਪਾਂ ਇਹਦੀ ਜਿਹੜੀ ਡੈਫੀਨੇਸ਼ਨ ਦੀ ਗੱਲ ਕਰੀਏ ਮੋਲੀਕੂਲੈਰਿਟੀ ਦੀ, ਤਾਂ ਸਿੰਪਲ ਜੀ ਡੈਫੀਨੇਸ਼ਨ ਬਣਦੀ ਹੈ ਇਹਦੀ ਮੋਲੀਕੂਲੈਰਿਟੀ ਦੀ। ਕੀ ਹੋਊਗੀ? ਦਾ ਨੰਬਰ ਆਫ ਰਿਐਕਟਿੰਗ ਸਪੀਸ਼ੀਜ਼, ਹੈ ਨਾ, ਉਹ ਕੁਝ ਵੀ ਹੋ ਸਕਦੇ ਆ, ਐਟਮ ਹੋ ਸਕਦੇ ਆ, ਆਇਨ, ਮੋਲੀਕੂਲ, ਕਿਸੇ ਵੀ ਰਿਐਕਸ਼ਨ ਦੇ ਵਿੱਚ ਲਿਖੋ ਇਹਦੀ ਡੈਫੀਨੇਸ਼ਨ। ਦਾ ਨੰਬਰ ਆਫ ਰਿਐਕਟਿੰਗ ਸਪੀਸ਼ੀਜ਼ ਵਿਚ ਕੋਲਾਈਡ ਸਾਈਮਲਟੇਨੀਅਸਲੀ ਜਾਂ ਸਟਰਾਈਕ ਸਾਈਮਲਟੇਨੀਅਸਲੀ ਐਂਡ ਗਿਵ ਪ੍ਰੋਡਕਟ ਇਜ਼ ਨੋਨ ਐਜ਼ ਮੋਲੀਕੂਲੈਰਿਟੀ ਆਫ ਰਿਐਕਸ਼ਨ। ਜੇ ਮਤਲਬ ਦੋ ਜਿਹੜੀਆਂ ਇੱਕ ਜਿਹੜੀ ਯੂਨੀਮੋਲੀਕੂਲਰ ਰਿਐਕਸ਼ਨ ਹੁੰਦੀਆਂ ਨੇ, ਯੂਨੀਮੋਲੀਕੂਲਰ ਦੇ ਵਿੱਚ ਜਿਵੇਂ ਆਪਾਂ ਸਿੰਪਲ ਜੀ ਗੱਲ ਕਰ ਲਾਂ ਮੈਂ, ਜਿਵੇਂ ਕੋਈ ਵੀ ਲੈ ਲਓ, ਵਾਟਰ ਹੈ ਨਾ, ਵਾਟਰ ਨੇ ਸਪਲਿਟ ਕੀਤਾ, ਕੀ ਦਿੰਦਾ ਹੁੰਦਾ ਇਹ? ਹਾਈਡਰੋਜਨ ਅਤੇ ਆਕਸੀਜਨ, ਨੈਟ ਰਿਜ਼ਲਟੈਂਟ ਜਿਹੜਾ ਆਪਾਂ ਪਿੱਛੇ ਕੀਤਾ ਹੋਇਆ, ਹੈ ਨਾ। ਤਾਂ ਇਹ ਯੂਨੀਮੋਲੀਕੂਲਰ ਰਿਐਕਸ਼ਨ ਹੈ ਕਿਉਂਕਿ ਰਿਐਕਟੈਂਟ ਤਾਂ ਇੱਕੋ ਹੀ ਹੈ ਨਾ, ਇਹ ਯੂਨੀਮੋਲੀਕੂਲਰ ਹੋ ਗਈ। ਜਾਂ H2O2 ਦੀ ਗੱਲ ਕਰਦਾ, H2O2 ਦੇ ਵਿੱਚੋਂ ਕੀ ਨਿਕਲਦਾ ਹੁੰਦਾ? ਸਿੰਪਲ ਜੀ ਗੱਲ ਹੈ, ਜਾਂ ਵਾਟਰ ਪਲੱਸ ਆਕਸੀਜਨ ਨਿਕਲ ਗਈ, ਹਾਫ ਆਕਸੀਜਨ, ਇਹ ਵੀ ਯੂਨੀਮੋਲੀਕੂਲਰ ਹੈ ਕਿਉਂਕਿ ਇਕੱਲਾ ਰਿਐਕਟੈਂਟ ਇੱਕ ਹੈਗਾ। ਤਾਂ ਯੂਨੀਮੋਲੀਕੂਲਰ ਹੋ ਸਕਦੀ ਹੈ ਬਾਈ ਮੋਲੀਕੂਲ, ਜਿਹਦੇ ਵਿੱਚ ਦੋ ਰਿਐਕਟੈਂਟ ਨੇ ਆਪਸ 'ਚ ਕੰਬਾਈਨ ਕਰਦੇ ਆ, ਇੱਕ ਪ੍ਰੋਡਕਟ ਦਿੰਦੇ ਨੇ, ਬਾਈ ਮੋਲੀਕੂਲਰ ਹੋ ਗਿਆ। ਤਿੰਨ ਰਿਐਕਟੈਂਟ ਆਪਸ 'ਚ ਕੰਬਾਈਨ ਕਰਦੇ ਆ, ਪ੍ਰੋਡਕਟ ਦਾ ਟਰਾਈ ਮੋਲੀਕੂਲਰ। ਮੋਲੀਕੂਲੈਰਿਟੀ ਜਿਹੜੀ ਹੈਗੀ ਹੈ ਨਾ, ਮੋਲੀਕੂਲੈਰਿਟੀ ਮੈਕਸਿਮਮ 3 ਤੱਕ, ਮੈਕਸਿਮਮ ਰੇਅਰਲੀ ਚਾਂਸ ਹੈ 4 ਤੱਕ, ਤਾਂ ਵੈਸੇ 3 ਹੀ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਮੋਲੀਕੂਲੈਰਿਟੀ ਨਹੀਂ ਹੋ ਸਕਦੀ ਕਿਉਂਕਿ ਸਾਰਿਆਂ ਨੇ ਐਟ ਏ ਟਾਈਮ ਸਾਈਮਲਟੇਨੀਅਸਲੀ ਦਾ ਸਟਰਾਈਕ ਕਰਨਾ ਹੁੰਦਾ ਹੈ, ਠੀਕ ਹੈ ਜੀ। ਅਤੇ ਸਟਰਾਈਕ 2 ਜਾਂ 3 ਮੋਲੀਕੂਲ ਜਿਹੜੇ ਇਫੈਕਟਿਵਲੀ
ਸਟ੍ਰਾਈਕ ਕਰ ਸਕਦੇ ਨੇ, ਹੈ ਨਾ। ਤਾਂ ਇਹ ਕੀ ਸੀ ਮੋਲੀਕੂਲੈਰਿਟੀ। ਹੁਣ ਤੁਸੀਂ ਇਹਦੇ 'ਚ ਇੱਕ ਹੋਰ ਜਿਹੜਾ ਹੈਗਾ ਮੋਲੀਕੂਲੈਰਿਟੀ ਡੈਫੀਨੇਸ਼ਨ ਲਿਖ ਲਈ, ਇੱਕ ਕਾਫੀ ਇੰਪੋਰਟੈਂਟ ਹੈ, ਹੋਰ ਥੋੜ੍ਹਾ ਕਲੀਅਰ ਹੋ ਜੂ। ਔਰ ਇਹਨਾਂ 'ਚ ਡਿਫਰੈਂਸ ਲਿਖ ਲਓ, ਇਹ ਵੀ 3 ਨੰਬਰ ਤੱਕ ਆ ਜਾਂਦਾ ਹੈ। ਇਹਦੇ ਵਿੱਚ ਇੱਕ ਤਰਫ ਤੁਸੀਂ ਲਿਖ ਲਓ ਆਰਡਰ ਆਫ ਰਿਐਕਸ਼ਨ, ਇੱਕ ਤਰਫ ਲਿਖ ਲਓ ਮੋਲੀਕੂਲੈਰਿਟੀ ਆਫ ਰਿਐਕਸ਼ਨ, ਹੈ ਨਾ। ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਲਿਖਾ ਰਿਹਾ ਮੈਂ। ਪਹਿਲੀ ਗੱਲ ਤਾਂ ਇਹਨਾਂ ਦੀ ਡੈਫੀਨੇਸ਼ਨ ਹੋ ਗਈ। ਆਰਡਰ 'ਚ ਕੀ ਹੋ ਗਿਆ, ਦਾ ਸਮ ਆਫ ਪਾਵਰ ਆਫ ਕੰਸਨਟ੍ਰੇਸ਼ਨ ਟਰਮ ਇਨ ਦਾ ਰੇਟ ਲਾਅ ਐਕਸਪ੍ਰੈਸ਼ਨ, ਜਾਂ ਕੋਫੀਸ਼ੀਐਂਟਸ ਵਿੱਚ ਯੂਜ਼ਡ ਇਨ ਰੇਟ ਲਾਅ ਐਕਸਪ੍ਰੈਸ਼ਨ ਅਪੋਨ ਵਿਚ ਰੇਟ ਐਕਚੁਅਲੀ ਡਿਪੈਂਡ, ਹੈ ਨਾ। ਪਹਿਲੀ ਡੈਫੀਨੇਸ਼ਨ ਹੋ ਗਈ। ਤੇ ਮੋਲੀਕੂਲੈਰਿਟੀ ਦੀ ਕੀ ਹੋਗੀ, ਇਟ ਇਜ਼ ਅ ਨੰਬਰ ਆਫ ਰਿਐਕਟਿੰਗ ਸਪੀਸ਼ੀਜ਼, ਜੋ ਹੁਣੇ ਲਿਖਾ ਕੇ ਹਟੇ ਆ, ਗਿਵ ਪ੍ਰੋਡਕਟ, ਹੈ ਨਾ। ਸਾਈਮਲਟੇਨੀਅਸਲੀ ਵਰਡ ਵਿੱਚ ਯੂਜ਼ ਕਰ ਲਿਓ। ਇਹ ਤਾਂ ਇਹਨਾਂ ਦੇ ਇੱਕ ਡਿਫਰੈਂਸ ਤਾਂ ਇਹਨਾਂ ਦੀ ਜਿਹੜੀ ਹੈਗੀ ਹੈ ਡੈਫੀਨੇਸ਼ਨ ਹੀ ਹੋਗੀ। ਦੂਸਰਾ ਤੁਸੀਂ ਇਹਦੇ 'ਚ ਲਿਖ ਸਕਦੇ ਹੋ, ਜਿਹੜਾ ਮੋਲੀਕੂਲੈਰਿਟੀ ਜਿਹੜੀ ਹੁੰਦੀ ਹੈ ਆਲਵੇਜ਼ ਯਾਦ ਰੱਖਿਓ ਵੀ ਹੋਲ ਨੰਬਰ 'ਚ ਹੁੰਦੀ ਹੈ। 1 ਹੋ ਸਕਦਾ, 2 ਹੋ ਸਕਦਾ, 3 ਹੋ ਸਕਦਾ, ਹੈ ਨਾ। ਵਾਈਲ ਆਰਡਰ ਦੇ ਕੇਸ ਤੁਸੀਂ ਲਿਖੋਗੇ, ਜਿਹੜਾ ਆਰਡਰ ਜਿਹੜਾ ਰਿਐਕਸ਼ਨ ਦਾ ਹੁੰਦਾ ਨਾ, ਆਰਡਰ ਫਰੈਕਸ਼ਨ 'ਚ ਵੀ ਹੋ ਸਕਦਾ ਹੈ। ਅੱਗੇ ਰਿਐਕਸ਼ਨਸ ਆਉਣਗੀਆਂ, ਨਿਊਮੈਰੀਕਲ ਆਪਾਂ ਕਰਾਂਗੇ। ਆਰਡਰ ਜਿਹੜਾ ਹੈਗਾ ਇਹ ਜ਼ਰੂਰੀ ਨਹੀਂ ਕਿ ਹੋਲ ਨੰਬਰ ਹੋਊਗਾ, ਫਰੈਕਸ਼ਨ ਵੀ ਹੋ ਸਕਦਾ, ਆਰਡਰ ਕੈਨ ਬੀ ਇਨ ਫਰੈਕਸ਼ਨ। ਤੇ ਨੈਕਸਟ ਪੁਆਇੰਟ ਜਿਹੜਾ ਹੈਗਾ, ਮੋਲੀਕੂਲੈਰਿਟੀ ਜਿਹੜੀ ਹੈਗੀ ਹੈ 0 ਨਹੀਂ ਹੋ ਸਕਦੀ। ਘੱਟੋ ਘੱਟ ਇੱਕ ਮੋਲੀਕੂਲ ਤਾਂ ਹੋਊਗਾ ਨਾ ਜਿਹੜਾ ਪ੍ਰੋਡਕਟ ਦੇਊਗਾ, ਤਾਂ 0 ਨਹੀਂ ਹੋ ਸਕਦੀ। ਵਾਈਲ ਆਰਡਰ ਆਫ ਰਿਐਕਸ਼ਨ ਕੈਨ ਬੀ 0, ਆਰਡਰ ਕੈਨ ਬੀ 0, ਹੈ ਨਾ। ਤੇ ਹੋਰ ਤੁਸੀਂ ਇਹ ਲਿਖ ਸਕਦੇ ਹੋ, ਜਿਹੜਾ ਮੋਲੀਕੂਲੈਰਿਟੀ ਹੁੰਦਾ ਨਾ, ਤੇ ਆਰਡਰ 'ਚ ਬੇਸਿਕ ਜਿਹੜਾ ਹੈਗਾ ਆਰਡਰ ਐਕਸਪੈਰੀਮੈਂਟਲੀ ਹੈ, ਮਤਲਬ ਐਕਸਪੈਰੀਮੈਂਟ ਕਰਕੇ ਹੀ ਪਤਾ ਚੱਲਦਾ ਹੈ ਕਿ ਐਕਚੁਅਲ ਜਿਹੜਾ ਕਿਸ ਦੇ ਉੱਤੇ ਰੇਟ ਡਿਪੈਂਡ ਕਰਦਾ ਹੈ। ਤਾਂ ਆਰਡਰ ਇਜ਼ ਐਕਸਪੈਰੀਮੈਂਟਲੀ ਮੈਜ਼ਰਮੈਂਟ ਹੁੰਦੀ ਹੈ ਇਹਦੀ। ਵਾਈਲ ਜਿਹੜਾ ਮੋਲੀਕੂਲੈਰਿਟੀ ਹੁੰਦਾ ਇਹ ਥਿਓਰੈਟੀਕਲ ਕਨਸੈਪਟ ਹੈ ਨਾ, ਕੋਈ ਜ਼ਿਆਦਾ ਮਤਲਬ ਉਹਦੇ 'ਚ ਨਹੀਂ ਹੈਗਾ, ਇਹ ਐਕਸਪੈਰੀਮੈਂਟ ਆਪਾਂ ਇਹਨੂੰ ਇਹਦਾ ਨਹੀਂ ਕਰ ਸਕਦੇ, ਹੈ ਨਾ। ਐਕਸਪੈਰੀਮੈਂਟਲੀ ਨਹੀਂ ਹੋ ਸਕਦਾ। ਹਾਂਜੀ, ਇਹ ਕੀ ਹੋ ਗਏ ਇਹਨਾਂ ਦੇ ਡਿਫਰੈਂਸ ਹੋ ਗਏ ਮੋਲੀਕੂਲੈਰਿਟੀ ਤੇ ਆਰਡਰ ਦੇ ਵਿੱਚ। ਤੇ ਨੈਕਸਟ ਜਿਹੜਾ ਆਪਣੇ ਕੋਲੇ ਇਹਦੇ 'ਚ ਆਉਂਦਾ ਹੈਗਾ